हे गुरु नाम वाहेगुरु। सतनाम श्री वाहेगुरु साहिब जी। सलोक संत उदरण दयालंग आसरंग गोपाल कीर्तन है। निर्मलं संत संगेण ओट नानक परमेश्वर है। संत उदरण दयालंग आसरंग गोपाल कीर्तन है। निर्मलं संत संगेण ओट नानक परमेश्वर है। चंदन चंदन सरद रुत मूल ना मिटे काम। सीत नानका जपंदड़ो हर नाम। पौड़े चरण कमल की ओट उदरे सगल जन। सुन प्रताप गोविंद निरभाओ भय मन। टूट न आवे मूल संचया नाम धन। संत जना स्यो संग पाइए वड्डा पुन। आठ पहर हर ध्याए हर जस नित सुन। संत जना स्यो संग पाइए वड्डा पुन। आठ पहर हर ध्याए हर जस नित सुन। वाहेगुरु जी का खालसा वाहेगुरु जी की फतेह। जेता जियो पिंड सब तेरा। तू अंतर जामी पुरख भगवान। दासन दास कहे जन नानक। जेहा तू कराहे तेहा हाऊं करी वख्यान। जो हमरी बिद होती मेरे सतगुरा। साबिद तुम हर जानो आपे। हम रुलते फिरते कोई बात ना पूछता। गुर सतगुर संग कीरे हम थापे। तन तन गुरु नानक जन केरा। जित मिले चूकै सब सोग संतापै।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਵਾਲੇ ਹੋ, ਅੰਮ੍ਰਿਤ ਵੇਲੇ ਦੇ ਸੁਭਾਗ ਸਮੇਂ ਗਿਆਨ ਦੇ ਸਾਗਰ, ਭਗਤੀ ਔਰ ਵੈਰਾਗ ਦੇ ਮੁਜੱਸਮੇ, ਦੀਨਾ ਬੰਧੂ, ਭਗਤ ਵਸ਼ਲ, ਕਿਰਪਾ ਨਿਧਾਨ, ਜਗਤ ਗੁਰੂ ਸਾਹਿਬੇ ਕੁਲ ਆਲਮ, ਸਾਹਿਬੇ ਸ਼ਹਾਬਾ, ਨੂਰੇ ਨਜ਼ਰ ਵਾਲੀਏ ਦੋ ਜਹਾਨ, ਨਦਰੇ ਨਾਇਤ ਚਵਰ ਛਤਰ, ਤਖਤ ਦੇ ਮਾਲਿਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਗਿਆਨ ਪ੍ਰਕਾਸ਼ ਅੰਦਰ ਪਵਿੱਤਰ ਪਾਵਨ ਅਸਥਾਨ ਮੰਜੀ ਸਾਹਿਬ ਵਿਖੇ ਰੋਜ਼ਾਨਾ ਦੀ ਤਰ੍ਹਾਂ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤੇ ਹੋਏ ਹੁਕਮਨਾਮੇ ਦੀ ਪਾਵਨ ਸ੍ਰੀ ਮੁਖ ਵਾਕ ਦੀ ਵਿਚਾਰ ਸਰਵਨ ਕਰਨ ਵਾਸਤੇ ਜੁੜ ਬੈਠੇ ਹੋ। ਅੱਜ ਦਾ ਜੋ ਪਾਵਨ ਮੁਖ ਵਾਕ ਹੈ, ਇਹ ਪਾਵਨ ਮੁਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 709 ਉੱਪਰ ਸੁਭਾਇਮਾਨ ਹੈ। ਇਸ ਪਾਵਨ ਸ੍ਰੀ ਮੁਖ ਵਾਕ ਦੇ ਦੁਆਰਾ ਸਤਿਗੁਰੂ ਜੀ ਸਾਨੂੰ ਕੀ ਗਿਆਨ ਸੋਝੀ ਬਖਸ਼ਿਸ਼ ਕਰਦੇ ਨੇ। ਆਓ ਪ੍ਰੇਮ ਦੇ ਨਾਲ, ਸ਼ਬਦ ਵਿਚਾਰ ਦੇ ਨਾਲ ਸਾਂਝ ਪਾ ਕੇ ਜਾਣੀਏ। ਵਿਚਾਰਾਂ ਨਾਲ ਜੁੜਨ ਤੋਂ ਪਹਿਲੋਂ ਮਨ ਦੀ ਇਕਾਗਰਤਾ ਲਈ ਕਰੋ ਰਸਨਾ ਪਵਿੱਤਰ, ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਪਿਆਰ, ਅਦਬ, ਸ਼ਰਧਾ ਭਾਵਨਾ ਨਾਲ ਉਚਾਰਨ ਕਰੋ ਸਤਨਾਮ ਵਾਹਿਗੁਰੂ ਜੀ। ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਣ ਦਿਆਲੰ, ਆਸਰੰ ਗੋਪਾਲ ਕੀਰਤਨ ਹੈ। ਸੰਤ ਉਦਰਣ ਦਿਆਲੰ, ਦਿਆਲੰ ਦਾ ਭਾਵ ਦਇਆ ਦਾ ਕਾਰ। ਇਹ ਸ਼ਬਦ ਨੂੰ ਸੰਧੀ ਛੇਦ ਕਰੀਏ ਤੇ ਇਹਦੇ ਅਰਥ ਬਣਦੇ ਨੇ ਦਇਆ ਪਲੱਸ ਆਲੇ। ਆਲੇ ਕਹਿੰਦੇ ਨੇ ਘਰ ਨੂੰ, ਦਇਆ ਦਾ ਜੋ ਘਰ ਹੈ ਅਕਾਲ ਪੁਰਖ ਵਾਹਿਗੁਰੂ। ਸੰਤ ਸ਼ਬਦ ਵਾਹਿਗੁਰੂ ਦੇ ਸਿਮਰਨ, ਪ੍ਰਭੂ ਦੀ ਭਗਤੀ ਵਾਲੇ ਵਾਸਤੇ ਹੈ। ਉਹ ਸ਼ਖਸੀਅਤ ਜਿਹਨੂੰ ਦਿਨ ਰਾਤ ਆਪਣੇ ਗੁਰੂ ਦਾ ਉਪਦੇਸ਼ ਯਾਦ ਰਹਿੰਦਾ ਹੈ। ਗੁਰਮਤਿ ਦੇ ਅੰਦਰ, ਗੁਰਸਿੱਖੀ ਦੇ ਅੰਦਰ ਸੰਤ ਕੌਣ ਹੈ? ਸੰਤ ਉਹ ਹੈ ਜਿਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਦਿਨ ਰਾਤ ਯਾਦ ਰਹਿੰਦਾ ਹੈ, ਜੋ ਦਿਨ ਰਾਤ ਗੁਰੂ ਦੇ ਆਸ਼ੇ ਅਨੁਸਾਰ ਸਵਾਸ ਸਵਾਸ ਸਿਮਰਨ ਦੇ ਵਿੱਚ ਜੁੜਿਆ ਰਹਿੰਦਾ ਹੈ। ਜਿਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਇਹ ਪਰਿਭਾਸ਼ਾ ਹੈ ਸੰਤ ਦੀ, ਜਿਨ੍ਹਾਂ ਨੂੰ ਹਰ ਵੇਲੇ ਜੇ ਸਾਹ ਅੰਦਰ ਲੈਂਦੇ ਨੇ ਉਸ ਵੇਲੇ ਵੀ ਉਹ ਪ੍ਰਮਾਤਮਾ ਦਾ ਹੀ ਨਾਮ ਚਿਤਵਦੇ, ਨਾਮ ਉਹਨਾਂ ਦਾ ਧਿਆਨ ਜਿਹੜਾ ਹੈ ਸਵਾਸ ਅੰਦਰ ਲੈਣ ਦੀ ਕਿਰਿਆ ਦੇ ਦੌਰਾਨ ਵੀ ਉਸ ਵਾਹਿਗੁਰੂ ਦੇ ਵਿੱਚ ਹੁੰਦਾ ਹੈ। ਤੇ ਸਵਾਸ ਜਦੋਂ ਬਾਹਰ ਕੱਢਦੇ ਨੇ ਗਿਰਾਹ, ਇਹ ਸਾਸ ਗਿਰਾਸ ਦੋ ਸ਼ਬਦ ਨੇ, ਅੰਦਰ ਲੈਣਾ ਸਾਹ ਤੇ ਬਾਹਰ ਕੱਢਣਾ। ਦੋਨਾਂ ਦੇ ਦੌਰਾਨ ਉਹਨਾਂ ਦਾ ਧਿਆਨ ਇੱਕ ਪ੍ਰਮਾਤਮਾ ਦੇ ਵਿੱਚ ਹੀ ਰਹਿੰਦਾ ਹੈ। ਹਰੀ ਦੇ ਨਾਮ ਮੰਤਰ ਨੂੰ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਪੱਕਾ ਕਰ ਲਿਆ ਹੈ, ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਣੈ, ਦਿਆਲੰ ਸਰਬੱਤਰ ਜੀਆ ਪੰਚ ਦੋਖ ਵਿਵਰਜਤੇ। ਗੁਰੂ ਸਾਹਿਬ ਜੀ ਨੇ ਬੜੇ ਵਿਸਥਾਰ ਦੇ ਨਾਲ ਸਮਝਾਇਆ ਹੈ। ਦਿਨ ਰਾਤ ਉਹਨਾਂ ਨੂੰ ਚੇਤੇ ਰਹਿੰਦਾ ਹੈ, ਹਰ ਵੇਲੇ ਉਹਨਾਂ ਦੇ ਧਿਆਨ ਦੇ ਵਿੱਚ ਇੱਕੋ ਹੀ ਧੁਨ ਰਹਿੰਦੀ ਹੈ, ਕੇਵਲ ਇੱਕ ਪਰਮਾਤਮਾ ਦੀ। ਇੱਕ ਪਰਮਾਤਮਾ ਤੋਂ ਸਿਵਾ ਹੋਰ ਕਿਸੇ ਨੂੰ
ਆਪਣੇ ਮਨ ਦੇ ਵਿੱਚ ਨਹੀਂ ਲਿਆਂਦੇ, ਹੋਰ ਕਿਸੇ ਦਾ ਧਿਆਨ ਨਹੀਂ ਧਰਦੇ। ਇੱਕ ਅਕਾਲ ਪੁਰਖ ਹੀ ਉਹਨਾਂ ਦੀ ਜ਼ਿੰਦ ਹੈ, ਉਹਨਾਂ ਦੀ ਜਾਨ ਹੈ, ਉਹਨਾਂ ਦੇ ਜੀਵਨ ਦਾ ਆਸਰਾ ਹੈ। ਇੱਥੋਂ ਤੱਕ ਕਿ ਮਹਾਰਾਜ ਕਹਿੰਦੇ ਨੇ ਉਹਨਾਂ ਦੇ ਪ੍ਰਾਣ, ਧਨ, ਜਾਤ, ਰੂਪ ਸਭ ਕੁਝ ਇੱਕ ਪਰਮਾਤਮਾ ਹੀ ਹੈ, ਤੇ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਹੀ ਜੁੜੇ ਰਹਿਣਾ ਉਹਨਾਂ ਦਾ ਕਰਤੱਵ ਹੈ, ਉਹਨਾਂ ਦਾ ਕਾਰਜ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਨੇ, ਆਠ ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ, ਏਕ ਨਾਮ ਸੰਤਨ ਆਧਾਰ, ਹੋਏ ਰਹਿ ਸਭ ਕੀ ਪਗਸ਼ਾਰ। ਵਰਤਨ ਜਾ ਕੇ ਕੇਵਲ ਨਾਮ, ਉਹਨਾਂ ਦੀ ਵਰਤੋਂ ਵਿਹਾਰ ਕੇਵਲ ਨਾਮ ਹੀ ਹੈ। ਕੋਈ ਉਹ ਕਿਸੇ ਮੰਤਰ ਦਾ ਸਹਾਰਾ ਨਹੀਂ ਲੈਂਦੇ, ਕਿਸੇ ਜੰਤਰ ਮੰਤਰ ਦਾ, ਕਿਸੇ ਟੂਣੇ ਟਪਾਣੇ ਦਾ, ਜਾਂ ਕਿਸੇ ਹੋਰ ਇਸ ਤਰ੍ਹਾਂ ਦੀ ਵਿਧੀ ਵਿਧਾਨ ਜੋ ਅਨਮਤਾਂ ਦੇ ਵਿੱਚ ਦੱਸੀ ਹੋਈ ਹੈ। ਕਿਸੇ ਵੀ ਤਰ੍ਹਾਂ ਦੀ ਵਿਧੀ ਵਿਧਾਨ ਦੇ ਵਿੱਚ ਨਹੀਂ ਪੈਂਦੇ। ਉਹਨਾਂ ਦੀ ਵਿਧੀ, ਉਹਨਾਂ ਦੀ ਰੀਤੀ, ਉਹਨਾਂ ਦੀ ਮਰਿਆਦਾ ਜਿਹੜੀ ਹੈ ਉਹ ਪ੍ਰਭੂ ਦਾ ਸਿਮਰਨ ਹੀ ਹੈ। ਸਭ ਕਹਿੰਦੇ ਨੇ ਕਿ ਹਰ ਮੇਰੀ ਰੀਤ ਪ੍ਰੀਤ ਹੈ, ਹਰ ਮੇਰੀ ਕਥਾ ਕਹਾਣੀ, ਹਰੀ ਹੀ ਮੇਰੀ ਰੀਤੀ, ਜ਼ਿੰਦਗੀ ਜਿਉਣ ਦਾ ਢੰਗ, ਉਹੀ ਮੇਰੀ ਪ੍ਰੀਤ, ਉਹੀ ਉਹ ਮੇਰਾ ਪਿਆਰ, ਮੇਰੀ ਕਥਾ ਕਹਾਣੀ ਵੀ ਉਹ ਹਰੀ ਹੀ ਹੈ। ਹਰ ਮੇਰੀ ਰੀਤ ਪ੍ਰੀਤ ਮੇਰੀ, ਹਰ ਮੇਰੀ ਕਥਾ ਕਹਾਣੀ, ਉਹ ਇੰਨੀ ਨੇੜਿਓਂ ਉਸ ਪਰਮਾਤਮਾ ਨੂੰ ਆਪਣੇ ਇਰਦ ਗਿਰਦ ਆਸ ਪਾਸ ਆਪਣੇ ਹਿਰਦੇ ਦੇ ਵਿੱਚ ਵਸਿਆ ਹੋਇਆ ਸਮਝਦੇ ਨੇ, ਕਦੇ ਆਪਣੇ ਆਪ ਤੋਂ ਉਸ ਨੂੰ ਦੂਰ ਜਾਣਿਆ ਹੀ ਨਹੀਂ ਹੈ। ਉਹ ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਜਦੋਂ ਬਿਲਕੁਲ ਆਪਣੇ ਅੰਦਰ ਆਪਣੇ ਆਸ ਪਾਸ ਉਸ ਨੂੰ ਮਹਿਸੂਸ ਕਰਦੇ ਨੇ ਸਿਮਰਦੇ ਹੋਏ, ਉਹ ਪੁਕਾਰ ਉੱਠਦੇ ਨੇ ਕਿ ਉਹ ਤਾਂ ਹਰ ਥਾਂ ਤੇ ਵਸ ਰਿਹਾ ਹੈ, ਕੋਈ ਘਟ ਕੋਈ ਜਗ੍ਹਾ ਉਸ ਤੋਂ ਖਾਲੀ ਹੀ ਨਹੀਂ ਹੈ। ਉਹਨਾਂ ਦਾ ਜੀਵਨ ਪਰਮਾਤਮਾ ਦੇ ਚਰਨਾਂ ਦੇ ਵਿੱਚ ਹਰ ਵੇਲੇ ਲੀਨ ਰਹਿੰਦਾ ਹੈ, ਹਰ ਵੇਲੇ ਉਹਦੇ ਸਿਮਰਨ, ਉਹਦੇ ਧਿਆਨ ਦੇ ਵਿੱਚ ਹੀ ਜੁੜੇ ਰਹਿੰਦੇ ਹਨ। ਇਦਾਂ ਦੀ ਹਾਲਤ ਹੁੰਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਜੈਤ ਸ੍ਰੀ ਕੀ ਵਾਰ ਦੇ ਅੰਦਰ ਹੀ, ਜਿਸ ਵਾਰ ਦੇ ਅੰਦਰ ਇਹ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸੇ ਵਾਰ ਦੇ ਅੰਦਰ ਇੱਕ ਸ਼ਲੋਕ ਹੈ। ਉਹ ਕਹਿੰਦੇ, ਮਹਾਰਾਜ ਤਿਆਕਤ ਜਲੰ ਨਹ ਜੀਵ ਮੀਨੰ। ਤਿਆਕਤ ਦਾ ਮਤਲਬ ਤਿਆਗਣਾ। ਜਿਵੇਂ ਪਾਣੀ ਨੂੰ ਮੱਛੀ ਤਿਆਗਦੀ ਨਹੀਂ, ਤੇ ਜੇ ਤਿਆਗ ਦੇਵੇ ਤੇ ਫਿਰ ਉਹ ਜਿੰਦਾ ਨਹੀਂ ਰਹਿੰਦੀ। ਤਿਆਕਤ ਜਲੰ ਨਹ ਜੀਵ ਮੀਨੰ, ਨਹ ਤਿਆਗ ਚਾਤ੍ਰਿਕ ਮੇਘ ਮੰਡਲ ਹੈ। ਮੇਘ ਮੰਡਲੇ ਕਹਿੰਦੇ ਨੇ ਬੱਦਲ ਨੂੰ। ਮੇਘ ਮੰਡਲ ਨੂੰ, ਬੱਦਲ ਨੂੰ ਚਾਤ੍ਰਿਕ ਤਿਆਗ ਦੇਵੇ ਤੇ ਉਹਦਾ ਜੀਵਨ ਕਿੱਥੋਂ ਹੈ? ਉਹ ਕਦੇ ਜਿੰਦਾ ਨਹੀਂ ਰਹਿ ਸਕਦਾ। ਬੱਦਲਾਂ ਨੂੰ ਤਿਆਗ ਕੇ ਬਬੀਹੇ ਦਾ, ਚਾਤ੍ਰਿਕ ਦਾ ਜੀਵਨ ਨਹੀਂ ਹੈ। ਪਾਣੀ ਨੂੰ ਤਿਆਗ ਕਰਕੇ ਮੱਛੀ ਦਾ ਜੀਵਨ ਨਹੀਂ ਹੈ। ਜਿਉ ਮਛਲੀ ਬਿਨ ਪਾਣੀਏ ਕਿਉ ਜੀਵਨ ਪਾਵੈ, ਬੂੰਦ ਬਿਹੂਣਾ ਚਾਤ੍ਰਿਕੋ ਕਿਉ ਕਰ ਤ੍ਰਿਪਤਾਵੈ, ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ, ਨਾਦ ਕੁਰੰਕੇ ਵਿਦਿਆ ਸਨ ਮੁਖ ਉੱਠ ਧਾਵੈ। ਤੇ ਸਭ ਕਹਿੰਦੇ ਨੇ, ਤਿਉ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ਼ ਅਗਾਵੈ। ਹਰੀ ਦੇ ਜਨਾਂ ਦੀ ਵੀ ਪ੍ਰੀਤ ਏਦਾਂ ਦੀ ਹੀ ਹੈ। ਉਹ ਵੀ ਉਹਦੇ ਦਰਸ਼ਨਾਂ ਦੇ ਪਿਆਸੇ, ਦਿਨ ਰਾਤ ਉਹਦੇ ਦਰਸ਼ਨਾਂ ਦੀ ਹੀ ਚਾਹ ਰੱਖਦੇ ਹਨ ਤੇ ਦਿਨ ਰਾਤ ਉਹਦੇ ਸਿਮਰਨ ਦੇ ਵਿੱਚ ਹੀ ਜੁੜੇ ਰਹਿੰਦੇ ਨੇ। ਸਭ ਕਹਿੰਦੇ ਨੇ, ਜਿਸ ਤਰ੍ਹਾਂ ਤੀਰ ਦੇ ਨਾਲ ਉਸ ਨੂੰ ਪਤਾ ਹੈ, ਕੁਰੰਕ ਨੂੰ, ਹਿਰਨ ਨੂੰ, ਕਿ ਮੇਰੀ ਮੌਤ ਹੈ, ਜਿਸ ਪਾਸੇ ਵੱਲੋਂ ਨਾਦ ਆ ਰਿਹਾ ਹੈ, ਜਿਸ ਪਾਸੇ ਵੱਲੋਂ ਆਵਾਜ਼ ਆ ਰਹੀ ਹੈ, ਇਹ ਮਨਮੋਹਣਾ ਸੰਗੀਤ, ਇਹ ਨਾਦ ਜਿਹੜਾ ਹੈ, ਇਸ ਨਾਦ ਦੇ ਪਿੱਛੇ ਸ਼ਿਕਾਰੀ ਹੈ, ਜਿਸ ਸ਼ਿਕਾਰੀ ਨੇ ਮੈਨੂੰ ਖਤਮ ਕਰ ਦੇਣਾ ਹੈ। ਭੌਰਿਆ ਮਿਲ ਕਰਕੇ ਫੁੱਲ ਦੇ ਵਿੱਚ
ਕੁਸਮ ਦੇ ਵਿੱਚ ਉਹਦੀ ਪ੍ਰੀਤ ਨੂੰ ਤਿਆਗਦਾ ਨਹੀਂ, ਭਾਵੇਂ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਨੇ। ਭੌਰਾ ਲੱਗਾ ਰਹਿੰਦਾ ਹੈ, ਕੁਸਮ ਦੀ ਵਾਸਨਾ ਨੂੰ ਲੈਣ ਦੇ ਵਿੱਚ ਰੁਚਿਆ ਰਹਿੰਦਾ ਹੈ, ਕੁਸਮ ਦੇ ਵਿੱਚ ਬੈਠਾ ਰਹਿੰਦਾ ਹੈ, ਕਦੇ ਤਿਆਗਦਾ ਨਹੀਂ ਉਸ ਨੂੰ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਕਿ ਰੱਬ ਦੇ ਪਿਆਰੇ ਜਿਹੜੇ ਨੇ, ਪਰਮੇਸ਼ਰ ਦੇ ਪਿਆਰੇ ਜਿਹੜੇ ਨੇ, ਚਰਨ ਕਮਲ ਰਚੰਤ ਨਾਨਕ, ਪ੍ਰਭੂ ਦੇ ਚਰਨਾਂ ਕਮਲਾਂ ਦੇ ਵਿੱਚ ਹੀ ਰਚੇ ਰਹਿੰਦੇ ਹਨ। ਚਰਨ ਕਮਲ ਰਚੰਤ ਸੰਤੈ ਨਾਨਕ ਆਨ ਨਾ ਰੁਚਤੇ। ਇੱਕ ਸ਼ਬਦ ਦੇ ਵੱਲ ਧਿਆਨ ਦਿਓ, ਜਿਹੜਾ ਰੁਚਤੇ ਸ਼ਬਦ ਹੈ ਨਾ, ਰੁਚਤੇ ਸ਼ਬਦ ਦਾ ਮਤਲਬ ਹੈ ਰੁਚੀ। ਪਰਮਾਤਮਾ ਦੇ ਪਿਆਰਿਆਂ ਸੰਤਾਂ ਦੀ, ਮੈਂ ਸੰਤਾਂ ਦੀ ਗੱਲ ਕਰ ਰਿਹਾ। ਸੰਤ ਕੌਣ ਹੈ? ਸੰਤ ਦੀ ਪਰਿਭਾਸ਼ਾ ਕੀ ਹੈ? ਇਹ ਗੁਰਬਾਣੀ ਦੇ ਵਿੱਚੋਂ ਹੀ ਸਾਨੂੰ ਦ੍ਰਿਸ਼ਟਾਂਤ ਮਿਲਦੇ ਨੇ। ਗੁਰੂ ਨੇ ਸਮਝਾਇਆ ਹੈ ਸਾਨੂੰ ਸੰਤ ਕੌਣ ਹੈ। ਅਸੀਂ ਕਿਸੇ ਦੇ ਭੇਖ ਵੱਲ ਦੇਖ ਕੇ ਜਾਂ ਕਿਸੇ ਦੇ ਅਡੰਬਰ ਵੱਲ ਦੇਖ ਕਰਕੇ, ਉਹਦੇ ਪਸਾਰੇ ਵੱਲ, ਉਹਦੇ ਇਰਦ ਗਿਰਦ ਦੋ ਚਾਰ ਬੰਦਿਆਂ ਵੱਲ ਦੇਖ ਕਰਕੇ, ਬਾਹਰੀ ਭੇਖ ਨੂੰ ਦੇਖ ਕਰਕੇ ਨਾ ਜਾਣੀਏ, ਸਮਝੀਏ ਕਿ ਇਹ ਕੋਈ ਸੰਤ ਹੈ। ਸੰਤ ਤਾਂ ਬਸਤਾ ਟੁੱਟੀ ਝੁੰਪੜੀ ਚੀਰ ਸਭ ਛੀਨਾ। ਇਹ ਸ਼ਬਦ ਅਸੀਂ ਪੜ੍ਹੀਏ ਤੇ ਪਤਾ ਲੱਗਦਾ ਹੈ ਉਹਦੇ ਕੀ ਗੁਣ ਨੇ। ਨਾ ਉਹ ਕਹਿੰਦਾ ਹੈ ਰੂਪ, ਨਾ ਕੋਈ ਉਹਦਾ ਕਿਸੇ ਤਰ੍ਹਾਂ ਦਾ ਵੀ ਚੱਕਰ ਚਿਹਨ ਐਸਾ ਜਿਹੜਾ ਦਿਖਾਵੇ ਦੇ ਲਈ ਲੁਭਾਉਣ ਵਾਲਾ ਹੋਵੇ, ਉਹ ਬੇਸ਼ੱਕ ਨਾ ਹੋਵੇ। ਉਹ ਭਾਵੇਂ ਟੁੱਟੀ ਹੋਈ ਝੌਂਪੜੀ ਦੇ ਵਿੱਚ ਰਹਿੰਦਾ ਹੋਵੇ, ਭਾਵੇਂ ਉਹਦੇ ਕੋਲ ਧਨ ਪਦਾਰਥ ਦੁਨਿਆਵੀ ਹੋਣ ਨਾ ਹੋਣ, ਪਰ ਵਾਹਿਗੁਰੂ ਦੀ ਯਾਦ ਦੇ ਵਿੱਚ ਉਹ ਦਿਨ ਰਾਤ ਜੁੜਿਆ ਰਹਿੰਦਾ ਹੈ। ਇਹ ਕੋਈ ਬਾਹਰੀ ਧਨ ਪਦਾਰਥ ਵਸਤੂਆਂ ਦਾ ਵਿਖਾਵਾ ਜਿਹੜਾ ਹੈ, ਇਹ ਕਿਸੇ ਮਹਾਪੁਰਖ ਜਾਂ ਪੁੱਜੇ ਹੋਏ ਦੀ ਨਿਸ਼ਾਨੀ ਨਹੀਂ ਹੈ। ਕਿਸੇ ਧਨਵਾਨ ਦੀ ਦੁਨਿਆਵੀ ਤੌਰ ਦੇ ਉੱਪਰ, ਕਿਸੇ ਧਨਵਾਨ ਰੱਜੇ ਪੁੱਜੇ ਦੀ ਨਿਸ਼ਾਨੀ ਤੇ ਬੇਸ਼ੱਕ ਹੋ ਸਕਦੀ ਹੈ, ਪਰ ਅੰਦਰ ਜਿਹੜਾ ਰੱਜਿਆ ਹੋਇਆ ਹੈ, ਅੰਦਰੋਂ ਜਿਹੜਾ ਤ੍ਰਿਪਤ ਹੈ, ਉਹਨੂੰ ਮਹਾਰਾਜ ਕਹਿੰਦੇ ਨੇ ਆਨ ਨਾ ਰੁਚਤੇ। ਨਾਨਕ ਆਨ ਨਾ ਰੁਚਤੇ। ਇਹ ਨਾਨਕ, ਉਹਨਾਂ ਨੂੰ ਕੋਈ ਹੋਰ ਰੁਚੀ ਹੁੰਦੀ ਨਹੀਂ, ਕੋਈ ਹੋਰ ਭੁੱਖ ਹੁੰਦੀ ਹੀ ਨਹੀਂ, ਕੋਈ ਹੋਰ ਲਾਲਸਾ ਹੁੰਦੀ ਨਹੀਂ, ਕਿਸੇ ਹੋਰ ਦੇ ਵਿੱਚ ਰੁਚੀ ਨਹੀਂ। ਉਹਨਾਂ ਦਾ ਤੇ ਚਰਨ ਕਮਲ, ਪਰਮਾਤਮਾ ਦੇ ਚਰਨਾਂ ਕਮਲਾਂ ਦੇ ਵਿੱਚ ਹੀ ਉਹਨਾਂ ਦਾ ਧਿਆਨ ਹੁੰਦਾ ਹੈ। ਇਹ ਸੰਤਾਂ ਦੀ ਰੀਤ ਹੈ। ਐਸੇ ਰੱਬ ਦੇ ਪਿਆਰੇ ਪਰਮਾਤਮਾ ਨੂੰ ਆਪਣੇ ਆਸ-ਪਾਸ, ਆਪਣੇ ਇਰਦ ਗਿਰਦ ਤੇ ਆਪਣੇ ਹਿਰਦੇ ਦੇ ਵਿੱਚ ਵਸਿਆ ਹੋਇਆ, ਰਮਿਆ ਹੋਇਆ, ਦਿਨ ਰਾਤ ਸਮਝਦੇ ਹੋਏ ਸਵਾਸ ਸਵਾਸ ਜਪਦੇ ਰਹਿੰਦੇ ਨੇ, ਸਿਮਰਦੇ ਰਹਿੰਦੇ ਨੇ। ਤੇ ਇਹ ਮੁਹਾਰਨੀ ਜਿਹੜੀ ਏ ਉਹਨਾਂ ਦੇ ਰਸਨਾ ਦੇ ਉੱਪਰ, ਉਹਨਾਂ ਦੀ ਜ਼ੁਬਾਨ ਦੇ ਉੱਪਰ ਰਹਿੰਦੀ ਏ। ਤੂੰ ਮੇਰੇ ਪ੍ਰਾਣ ਆਧਾਰੇ ਪ੍ਰਭ ਜੀ, ਤੂੰ ਮੇਰੇ ਪ੍ਰਾਣ ਆਧਾਰੇ, ਤੂੰ ਮੇਰੇ ਪ੍ਰਾਣ ਆਧਾਰੇ ਪ੍ਰਭ ਜੀ, ਤੂੰ ਮੇਰੇ ਪ੍ਰਾਣ ਆਧਾਰੇ। नमस्कार दंडौत बंदना, नमस्कार दंडौत बंदना। अनक बार जाऊं बारे, अनक बार जाऊं बारे। तू मेरे प्राण आधारे प्रभ जी, तू मेरे प्राण आधारे, तू मेरे प्राण आधारे प्रभ जी, तू मेरे प्राण आधारे। बल बुद्ध धन
तुम है मेरे परवारे, मेरा रूप, मेरा बल, मेरी बुद्धि, मेरी ताकत, मेरा परिवार। हे वाहिगुरु जी, मेरा सब कुछ तुसी ही हो। ऐसे संत जन, ऐसे वाहिगुरु दे प्यारे जेड़े ने अपना सब कुछ उस परमात्मा नूं ही समझदे ने ते अपने जीवन दा आधार मान के चलदे ने कि साडी जिंदगी दा आधार, साडे जीवन दा आसरा जिहड़ा है वो केवल ते केवल परमात्मा ही है। उस तो सिवा वो होर किसे दा आसरा नहीं लैंदे, वो किसे वल नहीं तकदे। उन्हां दे अंदर इक्को ही भावना ते वो दिन रात ये अरदास करते रहंदे ने, प्रभ जी को नाम मन है सधारे। उस सधारे का भी मतलब आसरा ही है। प्रभ जी को नाम मन है सधारे। मेरे जीवन का महाराज कहते ने आसरा केवल प्रभ जी को नाम, परमात्मा का नाम ही है। ते अगली पंक्ति च उन्होंने लिखिया कि यही धन है मेरा, यही मेरा सब कुछ। ते कह दिता बर्तन यह हमारे। बर्तन का मतलब है वरतों विहार। मैं अपने जीवन दे अंदर नाम नू ही वरतदा हाँ, ये मेरी बर्तन है। दिन रात दी बर्तन परमात्मा का नाम है। उसका आसरा छड़ के, उसका परना छड़ करके मैं होर किसे पासे वल नहीं देखदा, तकदा, पक्किया कीता होया है। साहब कहते ने कि संत जन जेड़े ने, संत उदाहरण दयालं आसरंग गोपाल कीर्तने। किदा आसरा? आसरंग गोपाल कीर्तने। गोपाल का मतलब है गो प्लस पाल। गो धरती नूं कहंदे ने, पाल का मतलब है पालन वाला, जो धरती का पालनहार है। धरती दे पालनहार परमात्मा की सिफत सलाह का कीर्तन का आसरा लैंदे हन। ओ भोजनं गोपाल कीर्तन अल्प माया जल कमल रहते। वो इदां संसार दे विच रहिंदे ने जिवें पानी दे विच कमल रहिंदा है। कमल पानी दे विच रह के भी पानी तो अछोह रहिंदा है, पानी तो उपर उठ के रहिंदा है। अपनियां पंखड़ियां नूं लेस मात्र भी चिक्कड़ जां जल जिहड़ा है वो लगण नहीं दिंदा। जल कमल दियां पंखड़ियां दे नाल छूंदा ते है, पर उहदे नाल नहीं लगिया रहिंदा। संसार दे अंदर धन पदार्थ वस्तुआं इत्याद नानक सतगुर भेटे है, पूरी होवे जुगत हसंदियां खेलंदियां पैनंदियां खावंदियां विचे होवे मुक्त। इन्हां सारियां नूं माणदा होया, इन्हां दे विच रहिंदा होया भी वो भिजदा नहीं है। इन्हां दे विच भिजदा वो परमात्मा दे नाम दे विच है। ओहदा मन जिहड़ा है वो परमात्मा दे सिमरन दे विच पसीजदा है, किसे होर गल दे विच नहीं पसीजदा। व्यर्थ दियां गलां दे विच अपना समा जिहड़ा है वो बर्बाद नहीं करदा। परमात्मा दी याद दे विच दिन रात जुड़िया रह करके अपना जीवन सफल कर लैंदा है। प्रभु दे प्यारियां नूं केवल ते केवल परमात्मा दे कीर्तन दा, वाहिगुरु दी सिफत सलाह दा ही आसरा है। इस पहली पंक्ति दे अंदर साहब कहंदे ने वो इस आसरे ही अपना जीवन जिहड़ा है वो बतीत करते हैं। ते इस तरह जपदियां होयां सिमरदियां होयां वो माया दे मोह तो रहत हो जाते हैं, वो पार उतर जाते ने। शब्द जिहड़ा संत उधर उदरण लिखिया है साहब ने, ਇਹਦਾ मतलब यही है, रब दे प्यारियां परमात्मा दा सिमरन करके अपने आधार दा, अपने पार उतारे दा रस्ता जिहड़ा है लभ लैंदे ने। यही रस्ता है गोपाल दा कीर्तन, हरि दी सिफत वडियाई ही संसार तो पार उतारे दा साधन है। इस वास्ते वो परमात्मा दा आसरा लै करके माया दे मोह तो रहत हो जाते हैं। उन्हां दा जीवन जिहड़ा है विकारां तो रहत हो जाता।